ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ PS ਟੈਟ ਦਾ ਜਿਹੜਾ ਐਗਜ਼ਾਮ ਹੋਇਆ ਸੀਗਾ, ਠੀਕ ਹੈ ਜੀ, ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ 12 ਮਾਰਚ ਨੂੰ ਜਿਹੜਾ ਐਗਜ਼ਾਮ ਹੋਇਆ ਸੀਗਾ, ਅਤੇ ਆਪਾਂ ਉਸ ਰਿਗਾਰਡਿੰਗ ਜਿਹੜਾ ਇੰਗਲਿਸ਼ ਹੈ ਆਪਾਂ ਉਹਦੀ ਜਿਹੜੀ ਆਨਸਰ ਕੀਜ਼ ਨੇ ਉਹਦੇ ਬਾਰੇ ਗੱਲ ਕਰਾਂਗੇ, ਠੀਕ ਹੈ, ਡਿਟੇਲ ਦੇ ਵਿੱਚ ਗੱਲ ਕਰਾਂਗੇ। ਦੇਖੋ ਸਾਨੂੰ ਜ਼ਰੂਰ ਪਤਾ ਹੈ ਕਿ ਪੇਪਰ ਕੈਂਸਲ ਹੋ ਚੁੱਕਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਨਾ। ਹਾਲਾਂਕਿ ਪ੍ਰੋਪਰ ਨੋਟੀਫਿਕੇਸ਼ਨ ਜਿਹੜਾ ਆ ਇੱਕ ਵਾਰ ਇਹਨਾਂ ਦਾ ਜਦੋਂ ਆਊਗਾ ਹੈ ਨਾ, ਦੇਖੋ ਕੈਂਸਲ ਦਾ ਤਾਂ ਆ ਗਿਆ, ਪਰ ਹੁਣ ਦੁਬਾਰਾ ਜਿਹੜਾ ਪੇਪਰ ਹੈ ਉਹ ਕਦ ਹੋਣਾ ਹੈ ਹੈ ਨਾ, ਕਿਹਨਾਂ ਦਾ ਹੋਣਾ ਹੈ, ਕਿ ਇਕੱਲੇ SST ਵਾਲਿਆਂ ਦਾ ਹੋਣਾ ਹੈ, ਮੈਥ ਸਾਇੰਸ ਦਾ ਹੋਣਾ ਹੈ। ਸੋ ਉਹ ਸਾਨੂੰ ਜਿਹੜੀ ਪ੍ਰੋਪਰ ਨੌਲੇਜ ਹੈ ਆਪਾਂ ਨੂੰ ਜਿਹੜਾ ਉਹ ਨੋਟੀਫਿਕੇਸ਼ਨ ਤੋਂ ਬਾਅਦ ਹੀ ਚੱਲੇਗੀ, ਪਰ ਸਾਨੂੰ ਇੰਨਾ ਸ਼ੋਰ ਹੈ ਕਿ ਪੇਪਰ ਹੁਣ ਹੋਏਗਾ ਹੈ ਨਾ। ਸੋ ਉਸ ਦੇ ਲਈ ਸਾਨੂੰ ਜਿਹੜਾ ਤਿਆਰੀ ਦੁਬਾਰਾ ਕਰਨੀ ਜ਼ਰੂਰ ਪਵੇਗੀ। ਸੋ ਆਪਾਂ ਇਸ ਵੀਡੀਓ 'ਚ ਇਹੀ ਦੇਖਾਂਗੇ ਕਿ ਅਸੀਂ ਇਸ ਵਾਰ ਕਿਹੜੀਆਂ ਗਲਤੀਆਂ ਕਰਤੀਆਂ ਹੈ ਨਾ, ਅਤੇ ਤਾਂ ਕਿ ਅਸੀਂ ਅਗਲੀ ਵਾਰ ਜਿਹੜੀਆਂ ਉਹ ਗਲਤੀਆਂ ਨਾ ਦੁਹਰਾਈਏ। ਆਪਾਂ ਇਸ ਵੀਡੀਓ ਦੇ ਵਿੱਚ ਉਹ ਦੇਖਾਂਗੇ ਕਿ ਅਸੀਂ ਪੜ੍ਹੇ ਸੀਗੇ ਅਤੇ ਉਸ ਅਕੋਰਡਿੰਗ ਸਾਡੇ ਕਿੰਨੇ ਨੰਬਰ ਬਣੇ ਆ, ਠੀਕ ਹੈ, ਤਾਂ ਕਿ ਅਗਲੀ ਵਾਰ ਅਸੀਂ ਹੋਰ ਵਧੀਆ ਤਿਆਰੀ ਕਰੀਏ, ਠੀਕ ਹੈ ਜੀ। ਸੋ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਇਸ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਇਹ ਮਿਲ ਸਕੇ। ਇੱਕ ਹੋਰ ਇਨਫੋਰਮੇਸ਼ਨ ਮੈਂ ਦੇਣੀ ਚਾਹਾਂਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ, ਮਤਲਬ ਕਹਿ ਲਓ ਕਿ ਥੋੜ੍ਹੇ ਦਿਨਾਂ ਦੇ ਵਿੱਚ ਹੀ ਆਪਾਂ ਜਿਹੜੀ ਇਹ ਸਾਇੰਸ ਦੀ ਜਿਹੜਾ ਸ਼ੁਰੂ ਕਰਾਂਗੇ, ਠੀਕ ਹੈ ਜੀ। ਸਾਇੰਸ ਦੀ ਰਿਗਾਰਡਿੰਗ ਆਪਾਂ ਥੋੜ੍ਹੀ ਤਿਆਰੀ ਕਰਾਂਗੇ, ਲੈਕਚਰਸ ਜਿਹੜੇ ਆਪਾਂ ਵੀਡੀਓਜ਼ ਜਿਹੜੀਆਂ ਉਹਨਾਂ ਦੀ ਅਪਲੋਡ ਕਰਾਂਗੇ, ਕਿਉਂਕਿ ਸਾਇੰਸ ਤੋਂ ਸਾਡੇ ਕਈ ਵਾਰ ਮਾਰਕਸ ਜਿਹੜੇ ਆ ਘੱਟ ਜਾਂਦੇ ਨੇ ਹੈ ਨਾ, ਅਤੇ ਇਸ ਲਈ ਆਪਾਂ ਸਾਇੰਸ ਦਾ ਵੀ ਸ਼ੁਰੂ ਕਰਾਂਗੇ। ਸੋ ਤੁਸੀਂ ਚੈਨਲ ਦੇ ਨਾਲ ਜ਼ਰੂਰ ਬਣੇ ਰਹੋ। ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਸੋ ਦੇਖੋ ਜਿਹੜਾ ਸਾਡਾ ਪਹਿਲਾ ਕੁਐਸਚਨ ਸੀਗਾ, ਇਹਦੇ ਵਿੱਚ ਕੁਐਸਚਨ ਸੀਗਾ ਕਿ ਦਾ ਰਾਈਟਰ ਯੂਜ਼ਿਜ਼ ਦਾ ਟਰਮ ਕਲਚਰ ਟੂ ਰੈਫਰ ਟੂ। ਇਸ ਪੈਰਾ ਦਾ ਜਿਹੜਾ ਇਹਨਾਂ ਨੇ ਸਾਨੂੰ ਇੱਕ ਪੈਰਾ ਦਿੱਤਾ ਸੀ, ਇਸ ਪੈਰੇ ਦੇ ਅਕੋਰਡਿੰਗ ਉਹ ਪੁੱਛ ਰਹੇ ਆ ਕਿ ਰਾਈਟਰ ਜਿਹੜਾ ਹੈ ਯੂਜ਼ਿਜ਼ ਦਾ ਟਰਮ ਕਲਚਰ ਟੂ ਰੈਫਰ ਟੂ, ਠੀਕ ਹੈ। ਸੋ ਜਿਹੜਾ ਇਹਦਾ ਸਹੀ ਆਨਸਰ ਸੀ ਆਪਸ਼ਨ ਨੰਬਰ ਸੀ, ਬਿਲਕੁਲ ਸਹੀ ਆਨਸਰ ਸੀ। ਦਾ ਵੇ ਆਫ ਲਾਈਫ ਆਫ ਅ ਪਰਟੀਕੂਲਰ ਪੀਪਲ ਲਿਵਿੰਗ ਟੂਗੈਦਰ ਇਨ ਵਨ ਪਲੇਸ, ਠੀਕ ਹੈ ਜੀ। ਸੋ 32ਵਾਂ ਜਿਹੜਾ ਕੁਐਸਚਨ ਸੀਗਾ ਜੀ, ਦਾ ਪੈਸੇਜ ਸਜੈਸਟ ਦੈਟ ਯੂਨੀਵਰਸਲ ਐਜੂਕੇਸ਼ਨ, ਠੀਕ ਹੈ ਜੀ। ਪੈਸੇਜ ਦੇ ਅਕੋਰਡਿੰਗ ਜਿਹੜਾ ਆ ਉਹਨੇ ਕੀ ਸੁਜੈਸਟ ਕੀਤਾ ਆ ਯੂਨੀਵਰਸਲ ਐਜੂਕੇਸ਼ਨ ਦੇ ਰਿਗਾਰਡਿੰਗ। ਸੋ ਇਹਦਾ ਜਿਹੜਾ ਆ ਸੀ, ਇਹਦਾ ਵੀ ਜਿਹੜਾ ਸੀ ਆਨਸਰ ਬਿਲਕੁਲ ਸਹੀ ਸੀ ਕਿ ਵੁੱਡ ਪ੍ਰੀਵੈਂਟ ਅਸ ਫਰੋਮ ਟਰਾਂਸਮਿਟਿੰਗ ਕਲਚਰ ਟੂ ਦਾ ਫਿਊਚਰ ਜਨਰੇਸ਼ਨ, ਠੀਕ ਹੈ ਜੀ। ਸੋ ਜਿਹੜਾ 33rd ਕੁਐਸਚਨ ਸੀਗਾ ਉਹ ਸੀਗਾ ਜੀ, ਦਾ ਕਲਚਰ ਆਫ ਅ ਕਮਿਊਨਿਟੀ ਇਜ਼ ਸੈਡ ਟੂ ਬੀ ਡੈਟਰੋਰੀਏਟ ਵੈਨ, ਠੀਕ ਹੈ ਜੀ। ਇਹਦਾ ਜਿਹੜਾ ਸਹੀ ਆਨਸਰ ਹੈ, ਠੀਕ ਹੈ ਜੀ, ਜਿਸ ਵਿੱਚ ਇਹਨਾਂ ਨੇ ਗੱਲ ਕੀਤੀ ਹੈ, ਸੋ ਇਹਦਾ ਆਨਸਰ ਜਿਹੜਾ ਬੀ ਆਪਸ਼ਨ ਜਿਹੜਾ ਬਿਲਕੁਲ ਸਹੀ ਹੈ। ਦਾ ਫੈਮਿਲੀ ਲਾਈਫ ਫੇਲਸ ਟੂ ਪਲੇ ਇਟਸ ਪਾਰਟ, ਕਿ ਜਿਹੜੀ ਫੈਮਿਲੀ ਆ, ਠੀਕ ਹੈ, ਉਹ ਫੇਲ ਹੋ ਜਾਂਦੀ ਆ ਆਪਣਾ ਜਿਹੜਾ ਪਾਰਟ ਪਲੇ ਕਰਨ ਦੇ ਵਿੱਚ, ਠੀਕ ਹੈ ਜੀ। ਦੇਖੋ ਸਕੂਲ ਦੇ ਵਿੱਚ ਜਿਹੜਾ ਆ ਆਪਣੇ ਜਿਹੜੇ ਟੀਚਰਸ ਨੇ ਉਹ ਆਪਣਾ ਜਿਹੜਾ ਆ ਵਧੀਆ ਜਿਹੜਾ ਆਪਣਾ ਫਰਜ਼ ਨਿਭਾਉਂਦੇ ਨੇ ਹੈ ਨਾ। ਸੋ ਇਸ 'ਚ ਜਿਹੜੀ ਪੈਸੇ ਦੇ ਵਿੱਚ ਗੱਲ ਕੀਤੀ ਗਈ ਸੀਗੀ ਉਹਦੇ ਵਿੱਚ ਇਹੀ ਕਿਹਾ ਗਿਆ ਸੀਗਾ ਕਿ ਦ ਫੈਮਿਲੀ ਲਾਈਫ ਜਿਹੜੀ ਆ ਉਹ ਫੇਲਸ ਟੂ ਪਲੇ ਇਟਸ ਪਾਰਟ, ਉਹ ਆਪਣਾ ਜਿਹੜਾ ਪਾਰਟ ਹੈ ਪਲੇ ਕਰਨਾ ਉਹ ਭੁੱਲ ਜਾਂਦੇ ਆ, ਉਹਦੇ ਵਿੱਚ ਫੇਲ ਹੋ ਜਾਂਦੇ ਆ, ਠੀਕ ਹੈ ਜੀ। ਸੋ 34 ਕੁਐਸਚਨ ਆ ਜੀ, ਦਾ ਕਲਚਰ ਆਫ ਅ ਕਮਿਊਨਿਟੀ ਇਜ਼ ਟਰਾਂਸਮਿਟਡ, ਠੀਕ ਹੈ ਜੀ। ਆਪਸ਼ਨ ਏ ਸੀਗਾ ਜੀ, ਮੋਰ ਬਾਏ ਸਕੂਲ ਦੈਨ ਦਾ ਫੈਮਿਲੀ, ਮੋਰ ਬਾਏ ਫੈਮਿਲੀ ਦੈਨ ਸਕੂਲ, ਜਾਂ ਇਕੁਅਲੀ ਬਾਏ ਬੋਥ, ਜਾਂ ਬਾਏ ਦਾ ਪੀਰ ਗਰੁੱਪ, ਠੀਕ ਹੈ। ਸੋ 34 ਦਾ ਜਿਹੜਾ ਸਹੀ ਆਨਸਰ ਵੀ ਆਪਸ਼ਨ ਨੰਬਰ ਬੀ ਸੀਗਾ ਕਿ ਮੋਰ ਬਾਏ ਫੈਮਿਲੀ ਦੈਨ ਸਕੂਲ। ਇਹ ਸਕੂਲ ਤੋਂ ਜਿਹੜਾ ਜ਼ਿਆਦਾ ਆ, ਠੀਕ ਹੈ, ਉਹ ਕੌਣ ਕਰਦਾ ਹੈ ਜੀ, ਫੈਮਿਲੀ ਕਰਦੀ ਹੈ, ਠੀਕ ਹੈ ਜੀ। ਅਗਲਾ ਕੁਐਸਚਨ ਸੀਗਾ ਜੀ, ਅਕੋਰਡਿੰਗ ਟੂ ਦਾ ਪੈਸੇਜ ਐਜੂਕੇਸ਼ਨ ਇਜ਼, ਪੈਸੇਜ ਦੇ ਅਕੋਰਡਿੰਗ ਜਿਹੜਾ ਆ ਐਜੂਕੇਸ਼ਨ ਕੀ ਆ, ਦਾ ਸ਼ਾਰਪਨਿੰਗ ਆਫ ਵਿਟਸ, ਟੈਪਿੰਗ ਐਂਡ ਐਨਕਰੇਜਿੰਗ ਦਾ ਇਨਹੈਰੈਂਟ ਵੈਲਿਊ ਇਨ ਮੈਨ, ਦਾ ਸਬਸਟੀਟਿਊਸ਼ਨ ਆਫ ਓਲਡ ਟ੍ਰਾਂਜੀਸ਼ਨਸ ਵਿਦ ਨਿਊ ਵਨਸ, ਜਾਂ ਡਿਵੈਲਪਮੈਂਟ ਆਫ ਮੋਰਲ ਸਟੈਂਡਰਡ। ਸੋ ਜਿਹੜਾ 35 ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਏ, ਦਾ ਸ਼ਾਰਪਨਿੰਗ ਆਫ ਵਿਟਸ। 36ਵਾਂ ਕੁਐਸਚਨ ਦੇਖਦੇ ਹਾਂ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਐਂਟੋਨੀਅਮ ਆਫ ਵਰਡ ਇਰੈਡੀਕੇਸ਼ਨ। ਇਰੈਡੀਕੇਸ਼ਨ ਦਾ ਜਿਹੜਾ ਮਤਲਬ ਉਹ ਕੀ ਹੁੰਦਾ ਹੈ, ਠੀਕ ਹੈ ਜੀ। ਸੋ ਜਿਹੜਾ ਆ ਐਂਟੋਨੀਅਮ ਕੀ ਹੁੰਦਾ ਜੀ, ਵਿਰੋਧੀ ਸ਼ਬਦ, ਮਤਲਬ ਇਹਦਾ ਉਲਟ ਕੀ ਹੋਵੇਗਾ। ਦੇਖੋ ਇਰੈਡੀਕੇਸ਼ਨ ਮਤਲਬ ਜਿਹੜੇ ਦਾ ਸਹੀ ਜਵਾਬ ਹੈ ਉਹ ਆਪਸ਼ਨ ਨੰਬਰ ਸੀ ਹੈ। ਦੇਖੋ ਰਿਮੂਵਲ ਮਤਲਬ ਵੀ ਹੁੰਦਾ ਹਟਾਉਣਾ, ਐਲੀਮੀਨੇਸ਼ਨ ਮਤਲਬ ਵੀ ਹੁੰਦਾ ਹਟਾਉਣਾ, ਅਤੇ ਅਬੋਲਿਸ਼ਨ ਮਤਲਬ ਵੀ ਹੁੰਦਾ ਮਤਲਬ ਖ਼ਤਮ ਕਰਨਾ ਜਾਂ ਹਟਾਉਣਾ। ਸੋ ਇਹਦਾ ਉਲਟ ਇੱਕੋ ਹੀ ਵਰਡ ਬਣਦਾ ਹੈ ਇਸਟੈਬਲਿਸ਼ਮੈਂਟ, ਠੀਕ ਹੈ, ਮਤਲਬ ਕੁਛ ਇਸਟੈਬਲਿਸ਼ ਕਰਨਾ, ਠੀਕ ਹੈ। ਸੋ ਜਿਹੜਾ ਇਸ ਦਾ ਜਿਹੜਾ ਆ
ਕਿਹੜਾ ਆਪਸ਼ਨ ਬਿਲਕੁਲ ਸਹੀ ਹੈ? ਸੋ ਸੀ ਆਪਸ਼ਨ ਜਿਹੜਾ ਬਿਲਕੁਲ ਸਹੀ ਹੈ। 37ਵਾਂ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਸੈਨੋਨੀਅਮ ਆਫ ਵਰਡ ਡੈਲਿਊਜ਼ਨ। ਦੇਖੋ ਡੈਲਿਊਜ਼ਨ ਦਾ ਜਿਹੜਾ ਆ ਉਹ ਕਹਿੰਦੇ ਆ ਕਿ ਸੈਨੋਨੀਅਮ ਕੀ ਆ। ਸੈਨੋਨੀਅਮ ਕੀ ਹੁੰਦਾ ਹੈ ਜੀ? ਸਮਾਨਾਰਥਕ ਸ਼ਬਦ, ਠੀਕ ਹੈ, ਇੱਕੋ ਜਿਹੇ ਸ਼ਬਦ, ਠੀਕ ਹੈ। ਸੋ ਜਿਹੜਾ ਇਹਦਾ 37 ਦਾ ਜਿਹੜਾ ਸਹੀ ਆਨਸਰ ਹੈ ਉਹ ਬਿਲਕੁਲ ਹੈ। ਦੇਖੋ ਜੀ ਜਿਹੜੀ ਰਿਐਲਿਟੀ ਹੈ, ਦੇਖੋ ਰਿਐਲਿਟੀ ਕਦੀ ਵੀ ਡਿਲਿਊਜ਼ਨ ਨਹੀਂ ਹੁੰਦਾ ਰਿਐਲਿਟੀ 'ਚ, ਹੈ ਨਾ, ਫੈਕਟ 'ਚ ਵੀ ਨਹੀਂ ਹੁੰਦਾ ਅਤੇ ਐਕਚੁਅਲਿਟੀ ਮਤਲਬ ਵੀ ਇਹਨਾਂ ਤਿੰਨਾਂ ਦਾ ਮੀਨਿੰਗ ਸੇਮ ਹੀ ਹੈ। ਸੋ ਇਹ ਜਿਹੜਾ ਫੈਂਟਸੀ ਆ, ਠੀਕ ਹੈ, ਸਾਡੀ ਇੱਕ ਫੈਂਟਸੀ ਹੁੰਦੀ ਆ। ਸੋ ਫੈਂਟਸੀ ਕਦੀ ਵੀ ਰੀਅਲ ਨਹੀਂ ਹੁੰਦੀ, ਹੈ ਨਾ, ਮਤਲਬ ਉਹਦੇ ਵਿੱਚ ਇੱਕ ਡਿਲਿਊਜ਼ਨ ਇੱਕ ਅਸੀਂ ਉਹਦੇ ਵਿੱਚ ਹਮੇਸ਼ਾ ਹੁੰਦੇ ਹਾਂ। ਸੋ ਇਹ ਆਪਸ਼ਨ ਜਿਹੜਾ ਬਿਲਕੁਲ ਸਹੀ ਜਵਾਬ ਹੈ। ਦੇਖੋ ਅੱਗੇ ਇੱਕ ਹੋਰ ਪੈਰਾ ਸੀਗਾ ਜੀ, ਇਹ ਪੈਰਾ ਕਾਫੀ ਮੁਸ਼ਕਿਲ ਸੀਗਾ ਮੇਰੇ ਅਕੋਰਡਿੰਗ, ਹੈ ਨਾ। ਬਾਕੀ ਜਿਹੜਾ ਫਸਟ ਪੈਰਾ ਸੀ ਉਹ ਕਾਫੀ ਈਜ਼ੀ ਸੀ। ਸੋ ਮੈਨੂੰ ਕਈਆਂ ਦੇ ਮੈਸੇजेस ਵੀ ਆਏ ਕਿ ਜਿਹੜੇ ਸੈਕਿੰਡ ਜਿਹੜਾ ਪੈਰਾ ਸੀ ਉਹ ਕਾਫੀ ਮੁਸ਼ਕਿਲ ਸੀਗਾ। ਸੋ ਆਪਾਂ ਇਹ ਵੀ ਦੇਖਦੇ ਹਾਂ ਇੱਕ ਵਾਰੀ। ਇਹਦਾ ਜਿਹੜਾ ਕੁਐਸਚਨ ਸੀਗਾ ਫਸਟ 38, ਦ ਪ੍ਰਾਇਮਰੀ ਪਰਪਸ ਆਫ ਦਿਸ ਮੈਸੇਜ ਇਜ਼ ਟੂ। ਇਸ ਜਿਹੜਾ ਪੈਸੇਜ ਸੀਗਾ ਜਿਹੜਾ ਇਹਦਾ ਪ੍ਰਾਇਮਰੀ ਜਿਹੜਾ ਆ ਪ੍ਰਾਇਮਰੀ ਪਰਪਸ ਕੀ ਸੀਗਾ? ਸੋ 37 ਹੈ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਏ। 38 ਦਾ ਆਪਸ਼ਨ ਨੰਬਰ ਏ, ਰੀਕਾਊਂਟ ਦਾ ਹਿਸਟਰੀ ਆਫ ਐਡੀਟੋਰੇਟ ਟ੍ਰੇਲ ਐਂਡ ਦਾ ਰੇਸ ਦੈਟ ਮੈਮੋਰੀਅਲਾਈਜ਼ਿਜ਼ ਇਟ, ਠੀਕ ਹੈ। ਇਹ ਆਪਸ਼ਨ ਜਿਹੜਾ ਬਿਲਕੁਲ ਇਹਦਾ ਸਹੀ ਜਵਾਬ ਸੀਗਾ। ਸੋ 39 ਕੁਐਸਚਨ ਹੈ ਕਿ ਬੇਸਡ ਔਨ ਦਾ ਇਨਫੋਰਮੇਸ਼ਨ ਇਨ ਦਾ ਪੈਸੇਜ ਇਟ ਕੈਨ ਬੀ ਇਨਫੈਰਡ that all of the following contributed to the disuse of the iditarod trail except, ਦੇਖੋ except ਆ ਗਿਆ ਇੱਥੇ ਹੁਣ, ਠੀਕ ਹੈ। ਸੋ ਜਿਹੜਾ 39 ਦਾ ਜਿਹੜਾ ਸਹੀ ਆਨਸਰ ਹੈ ਆਪਸ਼ਨ ਨੰਬਰ ਸੀ ਸੀਗਾ ਜੀ, ਹਾਈਵੇ ਰੂਟਸ ਟੂ ਗੋਸਟ ਟਾਊਨਸ, ਠੀਕ ਹੈ। ਉਹਨੇ ਐਕਸੈਪਟ ਪੁੱਛਿਆ, ਹੈ ਨਾ, ਕਿ ਇਹਦੇ ਤੋਂ ਜਿਹੜਾ ਐਕਸਪੈਕਟ ਜਿਹੜਾ ਆ ਐਕਸੈਪਟ ਜਿਹੜਾ ਸੀਗਾ ਉਸ ਏ ਬੀ ਔਰ ਡੀ ਤਾਂ ਸਹੀ ਸੀਗੇ, ਪਰ ਸੀ ਨੂੰ ਛੱਡ ਕੇ ਜਿਹੜੇ ਬਾਕੀ ਸੀ। ਸੋ ਤੁਹਾਡਾ ਆਨਸਰ ਸੀ ਬਿਲਕੁਲ ਸਹੀ ਹੈ। ਅਗਲਾ ਕੁਐਸਚਨ ਦੇਖਦੇ ਹਾਂ ਜੀ 40, ਕਿ ਐਜ਼ ਯੂਜ਼ਡ ਇਨ ਪੈਸੇਜ ਵਿਚ ਇਜ਼ ਦਾ ਬੈਸਟ ਡੈਫੀਨੇਸ਼ਨ ਫॉर ਮੋਡ। ਮੋਡ ਦੀ ਜਿਹੜੀ ਬੈਸਟ ਡੈਫੀਨੇਸ਼ਨ ਹੈ ਉਹ ਪੈਸੇਜ ਦੇ ਅਕੋਰਡਿੰਗ ਜਿਹੜੀ ਕੀ ਹੈ। ਸੋ 40 ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਬੀ, ਵੇ, ਠੀਕ ਹੈ। 41 ਦੇਖਦੇ ਹਾਂ ਜੀ, ਬੇਸਡ ਔਨ ਇਨਫੋਰਮੇਸ਼ਨ ਇਨ ਦਾ ਪੈਸੇਜ ਇਟ ਕੈਨ ਬੀ ਇਨਫੈਰਡ ਦੈਟ ਬਿਕੋਜ਼ ਦਾ US ਆਰਮੀ ਰੀਓਪਨਡ ਦਾ ਆਈਡੈਟੋਰੇਟ ਟ੍ਰੇਲ ਇਨ 1972, ਠੀਕ ਹੈ। ਸੋ ਇਹ ਆਪਸ਼ਨ ਸੀਗੀ, ਮੋਰ ਪੀਪਲ ਕੁਡ ਕੰਪਲੀਟ ਇਨ ਦਾ ਆਈਡੈਟੋਰੇਟ ਰੇਸ, the mushers had to get permission from USA Army to hold the race, the trail was cleared all the way to Nome, ਜਾਂ the Iditarod race become a seasonal army competition। ਸੋ ਜਿਹੜਾ 41 ਦਾ ਜਿਹੜਾ ਸਹੀ ਆਨਸਰ ਸੀ ਆਪਸ਼ਨ ਨੰਬਰ ਕੀ ਸੀਗਾ ਜੀ, ਸੀ ਜਿਹੜਾ ਆਪਸ਼ਨ ਸਹੀ ਸੀਗਾ ਬਿਲਕੁਲ, ਠੀਕ ਹੈ। 41 ਦਾ the trail was cleared all the way to Nome। ਸੋ ਜਿਹੜਾ 41 ਦਾ ਜਿਹੜਾ ਸਹੀ ਆਨਸਰ ਹੈ ਉਹ ਇੱਕ ਡੀ ਵੀ ਕਈ ਜਣੇ ਕਹਿ ਰਹੇ ਸੀਗੇ। ਸੋ ਕਿ ਇਹਦੇ ਵਿੱਚ ਜਿਹੜਾ ਰੇਸ ਬਿਕਮ ਅ ਸੀਜ਼ਨਲ ਆਰਮੀ ਜਿਹੜਾ ਕੰਪੀਟੀਸ਼ਨ ਹੈ ਉਹਦੇ ਬਾਰੇ ਵੀ ਗੱਲ ਕੀਤੀ ਸੀ। ਸੋ ਤੁਸੀਂ ਇਸ ਕੁਐਸਚਨ ਨੂੰ ਤੁਸੀਂ ਇਹਦੇ ਵਿੱਚ ਦੇ ਸਕਦੇ ਹੋ ਕਿ ਸੀ ਔਰ ਡੀ 'ਚੋਂ ਕੋਈ ਜਿਹੜਾ ਮੇਰੇ ਅਕੋਰਡਿੰਗ ਸਹੀ ਹੋਣਾ ਚਾਹੀਦਾ ਹੈ, ਠੀਕ ਹੈ। 42 ਕੁਐਸਚਨ ਹੈ ਜੀ, ਅਕੋਰਡਿੰਗ ਟੂ ਦਾ ਪੈਸੇਜ ਦਾ ਇਨੀਸ਼ੀਅਲ ਆਈਡੀਟਾਰੋਡ ਰੇਸ, ਠੀਕ ਹੈ, ਅਕੋਰਡਿੰਗ ਟੂ ਦਾ ਪੈਸੇਜ ਇਹ ਹੈ ਜੀ, ਵਾਜ਼ ਫੰਡਡ ਥਰੂ ਦਾ ਸੇਲ ਆਫ ਮਸ਼ਰਸ ਐਂਟਰੈਂਸ ਫੀ, ਵਾਜ਼ ਫਾਊਂਡਡ ਬਾਈ ਐਨ ਐਡਵੋਕੇਟ ਫॉर ਅਲੈਸਕਨ ਹਿਸਟਰੀ, ਜਾਂ ਐਂਡਡ ਐਟ ਦਾ ਗੋਸਟ ਟਾਊਨ ਆਫ ਐਡੇਟਾ ਰੋਡ, ਜਾਂ ਬੋਸਟਡ ਅ ਟੋਟਲ ਆਫ 400 ਐਂਟਰੈਂਟਸ। ਸੋ 42 ਦਾ ਜਿਹੜਾ ਸਹੀ ਆਨਸਰ ਹੈ ਆਪਸ਼ਨ ਨੰਬਰ ਹੈ ਜੀ ਡੀ। ਸੋ 43 ਹੈ ਜੀ, ਐਜ਼ ਯੂਜ਼ਡ ਇਨ ਪੈਸੇਜ ਦਾ ਫਰੇਜ਼ ਆਫ ਸੈਲਫ ਮੇਡ ਹਿਸਟੋਰੀਅਨ ਇੰਪਲਾਈਜ਼ ਦੈਟ ਡੋਰੋਥੀ ਜੀ ਪੇਜ, ਠੀਕ ਹੈ ਜੀ। ਸੋ ਇਹ ਆਪਸ਼ਨ ਸੀਗਾ, ਵਾਜ਼ ਇੰਪਲੋਇਡ ਬਾਈ ਦਾ ਸਟੇਟ ਟੂ ਕੀਪ ਇਟਸ ਡੌਗ ਸਲੈਜ ਹਿਸਟਰੀ ਅਲਾਈਵ, ਵਾਜ਼ ਡਿਟਰਮਾਈਂਡ to honor the glories of the gold rush in spite of her questionable credentials, ਜਾਂ had pursued the study of Alaska history out of her own interest, ਠੀਕ ਹੈ। ਸੋ ਜਾਂ ਡੀ ਆਪਸ਼ਨ। ਸੋ ਜਿਹੜਾ 43 ਦਾ ਸਹੀ ਆਪਸ਼ਨ ਆਪਸ਼ਨ ਨੰਬਰ ਸੀ ਹੀ ਬਿਲਕੁਲ ਸਹੀ ਹੈ, ਠੀਕ ਹੈ ਜੀ। had pursued that study of Alaska history out of her own interest। 44 ਕੁਐਸਚਨ ਸੀਗਾ ਜੀ, which of the following is the antonym of the word uninhabited?
ਅਨਇਨਹੈਬਿਟਡ ਦਾ ਐਂਟੋਨੀਅਮ ਦੱਸਣਾ ਹੈ, ਠੀਕ ਹੈ ਜੀ, ਵਿਰੋਧੀ ਸ਼ਬਦ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਬੀ ਬਿਲਕੁਲ ਸਹੀ ਆਨਸਰ ਸੀਗਾ ਜੀ, ਪੋਪੂਲੇਟਡ। ਠੀਕ ਹੈ, ਅਨਇਨਹੈਬਿਟਡ ਹੁੰਦਾ ਮਤਲਬ ਜਿੱਥੇ ਕੋਈ ਨਹੀਂ ਰਹਿ ਰਿਹਾ। ਠੀਕ ਹੈ, ਸੋ ਅਨਓਕੂਪਾਈਡ ਮਤਲਬ ਵੀ ਉਹੀ ਹੁੰਦਾ ਹੈ, ਅਬੈਂਡਡ ਮਤਲਬ ਵੀ, ਔਰ ਡੈਜ਼ਰਟਡ ਦਾ ਵੀ ਇਹੀ ਮਤਲਬ ਹੁੰਦਾ। ਸੋ ਪੋਪੂਲੇਟਡ ਮਤਲਬ ਹੁੰਦਾ ਹੈ ਕਿ ਜਿੱਥੇ ਲੋਕ ਰਹਿ ਰਹੇ ਆ। ਸੋ ਐਂਟੋਨੀਅਮ ਇਹੀ ਹੋਇਆ। 45 ਆ ਜੀ, ਵਿਚ ਆਫ ਦ ਫੋਲੋਇੰਗ ਇਜ਼ ਦਾ ਸਾਈਨੋਨੀਅਮ ਆਫ ਵਰਡ ਐਂਥੂਸੀਆਸਟਿਕ। ਠੀਕ ਹੈ, ਐਂਥੂਸੀਆਸਟਿਕ ਦਾ ਮੀਨਿੰਗ ਇਸ ਪੈਸੇ ਦੇ ਅਕੋਰਡਿੰਗ ਜਿਹੜਾ ਸਿਨੋਨੀਅਮ ਜਿਹੜਾ ਆਨਸਰ ਕੀ ਹੈ, ਇਹ ਆਪਸ਼ਨ ਨੰਬਰ ਇਹਦਾ ਜਿਹੜਾ ਆ ਬੀ ਬਿਲਕੁਲ ਸਹੀ ਆਨਸਰ ਹੈ, ਈਗਰ। ਠੀਕ ਹੈ, ਸੋ 46 ਕੁਐਸਚਨ ਆ ਜੀ ਤੁਹਾਨੂੰ ਪੈਡਾਗੋਜੀ ਦੇ ਜਿਹੜੇ ਸਟਾਰਟ ਹੋ ਗਏ ਸੀ ਕੁਐਸਚਨ। ਠੀਕ ਹੈ, ਲਰਨਿੰਗ ਟੂ ਸਪੀਕ ਅ ਲੈਂਗੁਏਜ ਇਜ਼ ਆਲਵੇਜ਼ ਦ ਸ਼ਾਰਟੈਸਟ ਰੋਡ ਟੂ ਲਰਨਿੰਗ ਟੂ ਰੀਡ ਐਂਡ ਰਾਈਟ ਇਟ, ਵਿਚ ਲਿੰਗੁਇਸਟਿਕ ਪ੍ਰਿੰਸੀਪਲ ਸਪੋਰਟ ਦਿਸ ਸਟੇਟਮੈਂਟ। ਠੀਕ ਹੈ, ਕਿਹਨੇ ਜਿਹੜੀ ਹੈ ਸਟੇਟਮੈਂਟ ਜਿਹੜੀ ਹੈ ਮਤਲਬ ਸਪੋਰਟ ਕੀਤੀ ਸੀਗੀ। ਠੀਕ ਹੈ ਜੀ, ਸੋ ਜਿਹੜਾ 46 ਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਏ ਬਿਲਕੁਲ ਸਹੀ ਆਨਸਰ ਹੈ, ਦ ਪ੍ਰਿੰਸੀਪਲ ਆਫ ਇਮੀਟੇਸ਼ਨ। ਠੀਕ ਹੈ ਜੀ, 47 ਕੁਐਸਚਨ ਦੇਖਦੇ ਹਾਂ ਜੀ, ਵਟ ਇਜ਼ ਦਾ ਸਟੈਂਡਰਡ ਸਿਸਟਮ with which one can represent pronunciation by meaning of standard alphabet for one sound called। ਠੀਕ ਹੈ ਜੀ, ਸੋ 47 ਦਾ ਜਿਹੜਾ ਸਹੀ ਆਨਸਰ ਹੈ ਆਪਸ਼ਨ ਨੰਬਰ ਏ ਹੈ ਜੀ, ਫਨੈਟਿਕ ਟਰਾਂਸਕ੍ਰਿਪਸ਼ਨ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ, ਅਗਲਾ ਕੁਐਸਚਨ ਸੀਗਾ ਜੀ, ਵਿਚ ਆਫ ਦ ਫੋਲੋਇੰਗ ਇਜ਼ ਦਾ ਇਮੂਵੇਬਲ ਔਰਗਨ ਆਫ ਸਪੀਚ। ਠੀਕ ਹੈ, ਇਮੂਵੇਬਲ ਜਿਹੜਾ ਮਤਲਬ ਮੂਵ ਨਹੀਂ ਕਰਦਾ। ਸੋ ਇਹਦਾ ਜਿਹੜਾ ਸਹੀ ਆਨਸਰ ਦੇਖੋ ਆਪਸ਼ਨ ਸੀਗੀਆਂ, ਸੌਫਟ ਪੈਲਟ, ਯੂਵੂਲਾ, ਲੋਅਰ ਜੌ ਔਰ ਡੀ। ਠੀਕ ਹੈ, ਟੀਥ ਰਿਡ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਡੀ ਬਿਲਕੁਲ ਸਹੀ ਸੀ, ਟੀਥ ਰਿਡਜ। ਠੀਕ ਹੈ, 49 ਕੁਐਸਚਨ ਹੈ ਜੀ, ਅ ਗੁੱਡ ਡੀਲ ਆਫ ਐਮਫੈਸਿਸ ਸ਼ੁੱਡ ਬੀ ਲੇਡ ਔਨ pronunciation drills in the first few years. This is important because a option ਸੀਗਾ ਜੀ, the sound beginning in good speech prepare ground for better grasp of others language skills, ਜਾਂ B option it helps to achieve accuracy, C it makes the learner better adjusted in the English class, ਜਾਂ it helps in overcoming the difficulties posed by mother tongue habit। so 49 ਦਾ ਜਿਹੜਾ ਸਹੀ ਆਨਸਰ ਹੈ A option ਸੀਗਾ ਜੀ, a sound beginning in good speech prepare ground for better grasp। 50ਵਾਂ ਕੁਐਸਚਨ ਦੇਖਦੇ ਹਾਂ ਜੀ, ਵਾਈਲ ਟੀਚਿੰਗ ਗ੍ਰਾਮਰ ਮਿਸਿਸ ਕੁਮਾਰ ਪ੍ਰੈਫਰ ਟੂ ਟੇਕ ਅਪ ਐਗਜ਼ਾਮਪਲ ਬਿਫੋਰ ਦਾ ਚਾਈਲਡ ਡਰਾ ਦੇਅਰ ਓਨ ਕਨਕਲੂਜਨ ਫਰੋਮ ਦੈਮ, ਵਿਚ ਮੈਥਡ ਡਜ਼ ਸ਼ੀ ਫੋਲੋ। ਸੋ ਦੇਖੋ ਜੀ, ਇਹ ਕੁਐਸਚਨ ਆਪਾਂ ਜਿਹੜਾ ਆਪਾਂ ਕਿੰਨੀ ਵਾਰੀ ਜਿਹੜਾ ਇਹਦੇ ਵਿੱਚ ਮੈਂ ਤੁਹਾਨੂੰ ਇਸ ਚੈਨਲ ਦੇ ਵਿੱਚ ਜਿਹੜਾ ਆ ਜਦੋਂ ਆਪਾਂ ਇੰਗਲਿਸ਼ ਪੈਡਾਗੋਜੀ ਦੀ ਜਿਹੜੀ ਕਲਾਸ ਲਈ ਸੀ ਉਹਦੇ ਵਿੱਚ ਆਪਾਂ ਕਿੰਨੀ ਵਾਰ ਇਹ ਕੁਐਸਚਨ ਕੀਤਾ ਹੈ ਕਿ ਜਦੋਂ ਗ੍ਰਾਮਰਸ ਆਪਾਂ ਬੱਚੇ ਨੂੰ ਪੜ੍ਹਾਉਣੀ ਹੈ ਤਾਂ ਜਦੋਂ ਐਗਜ਼ਾਮਪਲਸ ਤੋਂ ਸ਼ੁਰੂ ਕਰਦੇ ਹਾਂ ਉਦੋਂ ਕਿਹੜਾ ਮੈਥਡ ਹੁੰਦਾ ਹੈ। ਸੋ ਬਿਲਕੁਲ ਇਹ ਆਪਣਾ ਬਿਲਕੁਲ ਸਹੀ ਇੰਡਕਟਿਵ, ਜਦੋਂ ਆਪਾਂ ਐਗਜ਼ਾਮਪਲਸ ਤੋਂ ਜਿਹੜਾ ਆ ਆਪਾਂ ਕਨਕਲੂਜਨ ਤੱਕ ਜਾਂਦੇ ਹਾਂ। ਠੀਕ ਹੈ ਜੀ, ਰੂਲਸ ਤੱਕ ਜਾਂਦੇ ਹਾਂ ਜੇ ਆਪਾਂ ਗ੍ਰਾਮਰ ਦੀ ਗੱਲ ਕਰੀਏ, ਐਗਜ਼ਾਮਪਲਸ ਟੂ ਰੂਲਸ। ਠੀਕ ਹੈ ਜੀ, ਸੋ ਬਿਲਕੁਲ ਸਹੀ ਆਨਸਰ ਹੈ ਆਪਣਾ ਏ। ਉਮੀਦ ਹੈ ਜੀ ਜਿਨ੍ਹਾਂ ਨੇ ਇਸ ਚੈਨਲ ਤੋਂ ਜਿਹੜੀ ਤਿਆਰੀ ਕੀਤੀ ਹੋਏਗੀ, ਜਿੰਨੇ ਵੀ ਸਟੂਡੈਂਟਸ ਨੇ, ਉਹਨਾਂ ਦਾ ਇਹ ਆਨਸਰ ਜਿਹੜਾ ਬਿਲਕੁਲ ਸਹੀ ਹੋਵੇਗਾ। 51 ਕੁਐਸਚਨ ਹੈ ਜੀ, ਵਿਚ ਟਾਈਪ ਆਫ ਟੀਚਿੰਗ ਪ੍ਰੋਵਾਈਡ ਸਟਰੈਂਥਨਿੰਗ ਆਫ ਕਰੈਕਟ ਲੈਂਗੁਏਜ ਹੈਬਿਟ ਆਫਟਰ ਦਾ ਕਰੈਕਟ ਹੈਬਿਟ ਹੈਵ ਬੀਨ ਬ੍ਰੋਕਨ। ਸੋ ਜਿਹੜਾ ਇਹਦਾ ਸਹੀ ਆਨਸਰ ਹੈ 51 ਦਾ ਬਿਲਕੁਲ ਉਹ ਹੈ ਜੀ ਆਪਸ਼ਨ ਨੰਬਰ ਸੀ ਹੈ ਜੀ, ਰੈਮੀਡੀਅਲ ਟੀਚਿੰਗ। ਠੀਕ ਹੈ ਜੀ, ਸੋ ਇਸ ਤੋਂ ਅਗਲਾ ਕੁਐਸਚਨ ਹੈ ਜੀ 52, it is through comprehension of structure that the listener uncover and understand the meaning, which sub-skill of listening does this statement refer to। 52 ਦਾ ਜਿਹੜਾ ਸਹੀ ਆਨਸਰ ਹੈ ਆਪਸ਼ਨ ਨੰਬਰ ਬੀ ਬਿਲਕੁਲ ਸਹੀ ਸੀਗਾ, ਅੰਡਰਸਟੈਂਡਿੰਗ syntactic patterns। ਠੀਕ ਹੈ ਜੀ, ਸੋ 53 ਕੁਐਸਚਨ ਦੇਖਦੇ ਹਾਂ ਜੀ। ਦੇਖੋ ਇਹ ਵੀ ਕੁਐਸਚਨ ਬਿਲਕੁਲ ਆਪਾਂ ਕੀਤਾ ਆ, ਇਹ ਇਹਨਾਂ ਨੇ ਥੋੜ੍ਹਾ ਜਿਹਾ ਇਹਨਾਂ ਨੇ ਘੁਮਾ ਕੇ ਕੁਐਸਚਨ ਪੁੱਛਿਆ ਸੀ, ਪਰ ਆਪਾਂ ਇਹ ਬਿਲਕੁਲ ਕੁਐਸਚਨ ਕੀਤਾ ਸੀ। ਰੀਡਿੰਗ ਟੂ ਲੋਕੇਟ ਅ ਸਪੈਸੀਫਿਕ ਫੈਕਟ ਆਈਡੀਆ ਰੈਦਰ ਦੈਨ ਟੂ ਗੈਟ ਅ ਜਰਨਲ ਓਵਰਵਿਊ ਆਫ ਦਾ ਟੈਕਸਟ। ਦੇਖੋ ਜੀ ਇਹਨਾਂ ਨੇ ਕੁਐਸਚਨ ਕਿੰਨਾ ਘੁਮਾ ਕੇ ਪੁੱਛਿਆ ਆ। ਅਗਰ ਤਾਂ ਉਹ ਰੈਦਰ ਦੈਨ ਨਾ, ਦੇਖੋ ਸਪੋਜ਼ ਕਰੋ ਰੈਦਰ ਦੈਨ ਉਹ ਨਾ ਕਹਿੰਦੇ ਤਾਂ ਸਾਡਾ ਆਨਸਰ ਬਿਲਕੁਲ ਬਿਨਾਂ ਦੇਖੇ ਸੀ ਕੀ ਕਹਿਣਾ ਸੀਗਾ, ਸਕਿਮਿੰਗ। ਹੁਣ ਵੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਈਆਂ ਨੇ ਜਿਹੜਾ ਹੈ ਧਿਆਨ ਨਾਲ ਜੇ ਨਹੀਂ ਪੜ੍ਹਿਆ ਅਤੇ ਉਹਨਾਂ ਨੇ ਸਕਿਮਿੰਗ ਹੀ ਆਨਸਰ ਲਾਇਆ ਹੋਵੇਗਾ, ਪਰ ਉਹਨਾਂ ਨੇ ਦੇਖੋ ਕੀ ਕਿਹਾ ਸੀਗਾ, ਉਹਨਾਂ ਨੇ ਕਿਹਾ ਸੀਗਾ ਰੀਡਿੰਗ ਟੂ ਲੋਕੇਟ ਅ ਸਪੈਸੀਫਿਕ ਫੈਕਟ ਔਰ ਆਈਡੀਆ।
ठीक है। रैदर दैन टू गैट अ जर्नल ओवरव्यू, रैदर दैन बजाए कि जर्नल ओवरव्यू दे। सो ਇਹਦਾ ਸਹੀ ਆਨਸਰ ਸੀ ਸਕੈਨਿੰਗ। ਜਦੋਂ ਤਾਂ ਆਪਾਂ ਗੱਲ ਕੀਤੀ ਸੀ ਕਿ ਸਕੈਨਿੰਗ ਕੀ ਹੁੰਦਾ ਆ ਕਿ ਕੋਈ ਪਰਟੀਕੂਲਰ ਇੱਕ ਇਨਫੋਰਮੇਸ਼ਨ ਲੈਣੀ, ਜਿਵੇਂ ਮੰਨ ਲਓ ਡਿਕਸ਼ਨਰੀ ਹੈ, ਡਿਕਸ਼ਨਰੀ 'ਚ ਅਸੀਂ ਜਦੋਂ ਕਿਸੇ ਦੇ ਇੱਕ ਦਾ ਮੀਨਿੰਗ ਜਿਹੜਾ ਫਾਈਂਡ ਕਰਨਾ ਵਰਡ ਦਾ, ਤਾਂ ਸਾਡਾ ਮਕਸਦ ਸਿਰਫ ਇੱਕ ਵਰਡ ਹੁੰਦਾ ਹੈ, ਠੀਕ ਹੈ। ਜਰਨਲ ਓਵਰਵਿਊ ਨਹੀਂ ਹੁੰਦਾ। ਜਰਨਲ ਓਵਰਵਿਊ ਹੁੰਦਾ ਕਿ ਅਸੀਂ ਕੋਈ ਸਟੋਰੀ ਪੜ੍ਹੀ, ਉਹਦਾ ਇੱਕ ਜਰਨਲ ਕਰਨਾ, ਅਵੇਅਰ ਕਰਨਾ, ਠੀਕ ਹੈ, ਉਹਨੂੰ ਸਕੀਮਿੰਗ ਕਹਿੰਦੇ ਆ। ਸੋ ਬੀ ਆਪਸ਼ਨ ਜਿਹੜਾ ਬਿਲਕੁਲ ਸਹੀ ਸੀ ਇਹਦਾ। 54 ਆ ਜੀ, ਐਜ਼ ਐਨ ਇੰਗਲਿਸ਼ ਟੀਚਰ Mr. Singh wants to understand the nature and extent of language error and their symptoms. What type of test should be employed? ਕਿਹੜਾ ਜਿਹੜਾ ਕਿਸ ਤਰ੍ਹਾਂ ਦਾ ਟੈਸਟ ਲਿਆ ਜਾਵੇਗਾ, ਠੀਕ ਹੈ ਜੀ, ਅੰਡਰਸਟੈਂਡ ਕਰਨ ਲਈ। ਸੋ ਬਿਲਕੁਲ ਇਹਦਾ ਆਪਾਂ ਕਿੰਨੀ ਵਾਰ ਕੁਐਸਚਨ ਜਿਹੜਾ ਕੀਤਾ ਹੈ 54 ਦਾ ਸੀ ਬਿਲਕੁਲ ਸਹੀ ਜਵਾਬ ਹੈ ਡਾਇਗਨੋਸਟਿਕ ਟੈਸਟ, ਜਿਹਦੇ ਵਿੱਚ ਅਸੀਂ ਜਿਹੜਾ ਹੈ ਐਰਰਸ ਜਿਹੜੇ ਆਪਾਂ ਉਹਨਾਂ ਦੀ ਜਿਹੜਾ ਉਹਨਾਂ ਨੂੰ ਡਾਇਗਨੋਸ ਕਰਦੇ ਹਾਂ, ਠੀਕ ਹੈ ਜੀ। Which of the following is not principle of gradation of vocabulary? ठीक है, यूजफुलनेस, टीचबिलिटी, वर्ड फ्रिक्वेंसी या स्ट्रक्चरल वैल्यू। सो 55 का जोड़ा बी ऑप्शन बिल्कुल सही सीगा जी, टीचेबिलिटी, ठीक है। सो 56 क्वेश्चन है जी, द स्मॉलेस्ट मीनिंगफुल यूनिट इन द स्ट्रक्चर ऑफ लैंग्वेज। स्मॉलेस्ट मीनिंगफुल, ठीक है जी, ਆਪਾਂ ਇਹ ਵੀ ਕਿੰਨੀ ਵਾਰ ਕੀਤਾ ਹੈ। ਸੋ ਡੀ ऑप्शन ਇਹਦਾ ਬਿਲਕੁਲ ਸਹੀ ਸੀ, ਮੋਰਫੀਮ, स्मॉलेस्ट यूनिट ऑफ मीनिंग। अगला क्वेश्चन है जी, टू अनेबल द चिल्ड्रन टू इंप्रैस देयर थॉट, इमोशन एंड फीलिंग इन ल्यूसिड लैंग्वेज द टीचर शुड ट्रेन द स्टूडेंट्स इन, ठीक है जी, क्रिएटिव राइटिंग, फ्री राइटिंग, गाइडेड राइटिंग या कंट्रोल्ड राइटिंग। सो 57 का जोड़ा सही आंसर बिल्कुल सी जवाब सीगा जी, ठीक है, गाइडेड राइटिंग, ठीक है। सो 57 ਦਾ ਜਿਹੜਾ ਅਸੀਂ ਦੇਖੀਏ, ਟੂ ਅਨੇਬਲ ਦ ਚਿਲਡਰਨ ਟੂ ਐਕਸਪ੍ਰੈਸ ਦੇਅਰ ਥਾਟ, ਇਮੋਸ਼ਨ, ਫੀਲਿੰਗ ਇਨ ਲਿਊਸਿਡ ਲੈਂਗੁਏਜ, ਠੀਕ ਹੈ। ਸੋ ਗਾਈਡਡ ਰਾਈਟਿੰਗ ਵੀ ਸਹੀ ਹੈ, ਪਰ ਅਗਰ ਦੇਖਿਆ ਜਾਵੇ ਤਾਂ ਸ਼ਾਇਦ ਇਹਦਾ ਫ੍ਰੀ ਰਾਈਟਿੰਗ ਵੀ ਜਿਹੜਾ ਹੋ ਸਕਦਾ ਹੈ। ਸੋ ਆਪਾਂ ਇਹਨਾਂ ਦੋਨਾਂ 'ਚ ਕੋਈ ਇੱਕ ਆਂਸਰ ਜਿਹੜਾ ਬਿਲਕੁਲ ਸਹੀ ਹੋਣਾ ਚਾਹੀਦਾ ਹੈ, ਠੀਕ ਹੈ ਜੀ। 58 ਕੁਐਸਚਨ ਹੈ ਜੀ, ਮਿਸਿਜ਼ ਕਪੂਰ ਫੋਕਸਿਸ on detailed study of the text for through mastery of the language in her class. What type of reading is she undertaking? Intensive, extensive, silent reading या reading aloud, ठीक है। सो 58 ਦਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਏ ਬਿਲਕੁਲ ਸਹੀ, ਇੰਟੈਂਸਿਵ ਰੀਡਿੰਗ। ਜਦੋਂ ਆਪਾਂ ਕਿਸੇ ਲੈਂਗੁਏਜ 'ਤੇ ਮਾਸਟਰੀ ਕਰਨੀ ਹੋਵੇ ਉਦੋਂ ਹਮੇਸ਼ਾ ਇੰਟੈਂਸ ਰੀਡਿੰਗ ਕਰਨੀ ਚਾਹੀਦੀ, ਬੜੇ ਧਿਆਨ ਦੇ ਨਾਲ, ਹੈ ਨਾ। ਸੋ 59 ਦਾ ਜਿਹੜਾ ਕੁਐਸਚਨ ਹੈ ਜੀ ਉਹ ਹੈ ਜੀ, ਦ ਚਿਲਡਰਨ ਸ਼ੁੱਡ ਬੀ ਮੋਟੀਵੇਟਿਡ ਟੂ ਵਾਚ ਇੰਗਲਿਸ਼ ਮੂਵੀਜ਼, ਪਲੇਜ਼, ਪ੍ਰੋਗਰਾਮਸ ਟੂ ਡਿਵੈਲਪ। ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ ਕਿ ਉਹ ਇੰਗਲਿਸ਼ ਮੂਵੀਜ਼, ਪਲੇਜ਼ ਔਰ ਪ੍ਰੋਗਰਾਮ ਦੇਖਣ, ਤਾਂ ਕਿ ਉਹਨਾਂ ਦੇ ਅੰਦਰ ਕੀ ਡਿਵੈਲਪ ਹੋਵੇ, ਕਿਹੜੀ ਸਕਿੱਲ ਡਿਵੈਲਪ ਹੋਵੇ, ਰਾਈਟਿੰਗ ਸਕਿੱਲ, ਸਪੀਕਿੰਗ ਸਕਿੱਲ, ਲਿਸਨਿੰਗ ਸਕਿੱਲ ਜਾਂ ਰੀਡਿੰਗ ਸਕਿੱਲ। ਸੋ ਦੇਖੋ ਇਹ ਆਸਾਨੀ ਦੇ ਨਾਲ ਇਹ ਦੇਖ ਸਕਦੇ ਹਾਂ ਕਿ ਅਗਰ ਅਸੀਂ ਮੂਵੀ ਦੇਖਾਂਗੇ, ਅਸੀਂ ਮੂਵੀ ਦੇਖ ਰਹੇ ਹਾਂ, ਕੀ ਸਾਡੀ ਰਾਈਟਿੰਗ ਸਕਿੱਲ ਹੋਊਗੀ? ਗਲਤ। ਕਿ ਅਸੀਂ ਮੂਵੀ ਦੇਖ ਰਹੇ ਹਾਂ, ਪਲੇ ਦੇਖ ਰਹੇ ਹਾਂ, ਕਿ ਸਾਡੀ ਸਪੀਕਿੰਗ ਸਕਿੱਲ ਵਧੇਗੀ? ਬਿਲਕੁਲ ਗਲਤ। ਕਿ ਸਾਡੀ ਰੀਡਿੰਗ ਸਕਿੱਲ ਵਧੇਗੀ? ਬਿਲਕੁਲ ਗਲਤ। ਸੋ ਇੱਕੋ ਚੀਜ਼ ਜਿਹੜਾ ਫਾਇਦਾ ਹੋਵੇਗਾ ਕਿ ਸਾਡੀ ਜਿਹੜੀ ਲਿਸਨਿੰਗ ਸਕਿੱਲ ਹੈ ਉਹ ਡਿਵੈਲਪ ਹੋਵੇਗੀ। ਸੋ ਸੀ ਆਨਸਰ ਬਿਲਕੁਲ ਸਹੀ ਹੈ। ਸੋ ਲਾਸਟ ਕੁਐਸਚਨ ਸੀਗਾ ਜੀ, ਵਿਚ ਮੈਥਡ ਫੋਲੋਜ਼ ਦਾ ਨੈਚੁਰਲ ਵੇ ਆਫ ਟੀਚਿੰਗ ਇੰਗਲਿਸ਼। ਨੈਚੁਰਲ ਜਿਹੜਾ ਵੇ ਆ ਇੰਗਲਿਸ਼ ਟੀਚਿੰਗ ਦਾ ਉਹ ਕੀ ਹੈ ਜੀ? ਗ੍ਰਾਮਰ ਟਰਾਂਸਲੇਸ਼ਨ ਮੈਥਡ, ਡਾਇਰੈਕਟ ਮੈਥਡ, ਬਾਈਲਿੰਗੁਅਲ ਮੈਥਡ ਜਾਂ ਸਟਰਕਚਰਲ ਮੈਥਡ। ਸੋ ਜਿਹੜਾ ਇਹਦਾ ਸਹੀ ਜਵਾਬ ਆ, ਇਹ ਵੀ ਆਪਾਂ ਕਿੰਨੀ ਵਾਰ ਕੁਐਸਚਨ ਜਿਹੜਾ ਆਪਾਂ ਵੀਡੀਓ 'ਚ ਕੀਤਾ ਹੈ, ਡਾਇਰੈਕਟ ਮੈਥਡ ਜਿਹੜਾ ਬਿਲਕੁਲ ਬੈਸਟ ਮੈਥਡ ਹੈ, ਨੈਚੁਰਲ ਵੇ ਆਫ ਟੀਚਿੰਗ ਇੰਗਲਿਸ਼, ਠੀਕ ਹੈ ਜੀ। ਸੋ ਆਪਾਂ ਇਹਦੇ ਵਿੱਚ 30 ਕੁਐਸਚਨ ਜਿਹੜੇ ਆਪਾਂ ਦੇਖ ਲਏ। ਸੋ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਵੀ ਚੈੱਕ ਕੀਤੇ ਹੋਣੇ ਕਿ ਤੁਹਾਡੇ ਕਿਹੜੇ ਕੁਐਸਚਨ ਸਹੀ ਹੈ ਜਾਂ ਕਿਹੜੇ ਗਲਤ ਹੈ, ਠੀਕ ਹੈ। ਸੋ ਉਮੀਦ ਹੈ ਕਿ ਸਾਰਿਆਂ ਦੇ ਵਧੀਆ ਨੰਬਰ ਹੀ ਬਣੇ ਹੋਣਗੇ, ਹੈ ਨਾ। ਪਰ ਜਿਨ੍ਹਾਂ ਦੇ ਨਹੀਂ ਵੀ ਬਣੇ ਕੋਈ ਚੱਕਰ ਨਹੀਂ, ਆਪਾਂ ਨੂੰ ਇੱਕ ਦੁਬਾਰਾ ਮੌਕਾ ਮਿਲ ਗਿਆ, ਠੀਕ ਹੈ। ਸੋ ਆਪਾਂ ਇਸ ਦਾ ਜਿੰਨਾ ਫਾਇਦਾ ਉਠਾ ਸਕਣਾ ਆਪਾਂ ਉਠਾਉਣਾ ਹੈ ਫਾਇਦਾ। ਆਪਾਂ ਇਸ ਵਾਰ ਜੇਕਰ ਹੁਣ ਕਿਸੇ ਦੇ 20 ਬਣੇ ਨੇ ਅਤੇ ਆਪਾਂ ਅਗਲੀ ਵਾਰੀ 20+ ਲੈਣੇ ਨੇ, ਠੀਕ ਹੈ। ਅਗਰ ਕਿਸੇ ਦੇ 25 ਬਣੇ ਨੇ ਆਪਾਂ 25+ ਲੈਣੇ ਨੇ। ਸੋ ਆਪਾਂ ਆਪਣਾ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ, ਪਹਿਲਾਂ ਮੈਂ ਸੋਚਿਆ ਕਿ ਵੀਡੀਓ ਨਾ ਬਣਾਈਏ, ਕੀ ਫਾਇਦਾ, ਕਿ ਆਨਸਰ ਕੀ ਇਸਦਾ ਕੋਈ ਫਾਇਦਾ ਹੀ ਨਹੀਂ ਰਿਹਾ ਹੁਣ, ਹੈ ਨਾ। ਪਰ ਫਿਰ ਵੀ ਮੈਂ ਸੋਚਿਆ ਕਿ ਮਤਲਬ ਆਪਾਂ ਦੇਖੀਏ ਤਾਂ ਸਹੀ ਕਿ ਆਪਾਂ ਜਿੰਨਾ ਪੜ੍ਹਿਆ ਹੈ ਮਹੀਨਾ 2 ਮਹੀਨਾ, ਉਹਦਾ ਨਤੀਜਾ ਕੀ ਨਿਕਲਿਆ, ਆਪਣੇ ਕਿੰਨੇ ਨੰਬਰ ਆਏ, ਹੈ ਨਾ। ਸੋ ਆਪਾਂ ਗਲਤੀਆਂ
ਵੀ ਕੀਤੀਆਂ ਹੋਣਗੀਆਂ, ਕਈਆਂ ਨੇ ਨਹੀਂ ਕੀਤੀਆਂ ਹੋਣਗੀਆਂ, ਉਹ ਬਹੁਤ ਵਧੀਆ ਉਹਨਾਂ ਲਈ ਹੈ ਨਾ। ਆਪਾਂ ਹੋਰ ਸਕੋਰ ਵਧੀਆ ਕਰਾਂਗੇ। ਸੋ ਜੇਕਰ ਗਲਤੀਆਂ ਹੋਈਆਂ ਅਤੇ ਆਪਾਂ ਉਹਨਾਂ ਨੂੰ ਸੁਧਾਰਾਂਗੇ ਤਾਂ ਕਿ ਆਪਣੇ ਅਗਲੀ ਵਾਰ ਵਧੀਆ ਨੰਬਰ ਬਣੇ ਹੈ ਨਾ। ਸੋ ਮੈਨੂੰ ਉਮੀਦ ਹੈ ਤੁਸੀਂ ਵੀਡੀਓ ਦੇ ਅਖੀਰ ਤੱਕ ਜਿਹੜੇ ਬਣੇ ਰਹੇ ਹੋਣਗੇ। ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।